ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਅੱਜ ਅਸੀਂ ਪਾਰਟ ਨੰਬਰ 3 ਕਰਨ ਵਾਲੇ ਹਾਂ ਪੰਜਾਬ ਜੀਕੇ ਦਾ, ਜਿਹਦੇ ਵਿੱਚ ਆਪਾਂ ਰਿਵਰ ਸਿਸਟਮ ਜਿਹੜਾ ਹੈ ਡਿਸਕਸ ਕਰ ਰਹੇ ਸੀਗੇ। ਮੇਰਾ ਨਾਮ ਹੈ ਯਸ਼ਿਕਾ ਟੰਡਨ ਗਾइज। ਇਹ ਮੇਰੇ ਦੁਆਰਾ ਜਿਹੜੀ ਹੈ ਸੀਰੀਜ਼ ਪ੍ਰੈਜ਼ੈਂਟ ਕੀਤੀ ਜਾ ਰਹੀ ਹੈ। ਇਹ ਜਿੰਨੇ ਵੀ ਤੁਸੀਂ ਪੰਜਾਬ ਦੇ ਐਗਜ਼ਾਮਸ ਹੋਣਗੇ ਸਾਰਿਆਂ ਲਈ ਹੈਲਪਫੁਲ ਰਹੇਗੀ, ਕਿਉਂਕਿ ਆਪਾਂ ਪੰਜਾਬ ਦੀ ਜਿਹੜੀ ਜੀਕੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਡਿਟੇਲ ਦੇ ਵਿੱਚ ਕਰ ਰਹੇ ਹਾਂ। ਪਿਛਲੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਸ ਤਰੀਕੇ ਨਾਲ ਆਪਾਂ ਕੀ ਕਹਿੰਦੇ ਰਿਵਰ ਸਿਸਟਮ ਸਮਝਿਆ ਹੈਗਾ, ਠੀਕ ਹੈ, ਆਪਾਂ ਸਮਝਿਆ ਕਿ ਇੰਡਸ ਰਿਵਰ ਸਿਸਟਮ ਜਿਹੜਾ ਹੈ ਉਹ ਕੀ ਹੁੰਦਾ ਹੈਗਾ, ਕਿਉਂਕਿ ਪੰਜਾਬ ਦੀ ਜਿਹੜੀ ਰਿਵਰਸ ਹੈ ਉਹਨਾਂ ਨੂੰ ਸਮਝਣ ਲਈ ਸਾਨੂੰ ਇੰਡਸ ਰਿਵਰ ਸਿਸਟਮ ਦਾ ਸਮਝਣਾ ਜਿਹੜਾ ਹੈ ਥੋੜਾ ਜਿਹਾ ਜ਼ਰੂਰੀ ਸੀਗਾ। ਅੱਜ ਅਸੀਂ ਪੰਜਾਬ ਦੀ ਰਿਵਰਸ ਦੇ ਬਾਰੇ ਜਾਣਾਂਗੇ। ਮੈਂ ਤੁਹਾਨੂੰ ਹਜੇ ਮੈਪ ਦੇ ਥਰੂ ਨਹੀਂ ਪੜ੍ਹਾਵਾਂਗੀ, ਹਜੇ ਮੈਂ ਤੁਹਾਨੂੰ ਸਿਰਫ ਇਹਨਾਂ ਦੀ ਇੰਟਰੋਡਕਸ਼ਨ ਦਵਾਂਗੀ। ਅਗਲੇ ਵੀਡੀਓ ਦੇ ਵਿੱਚ ਆਪਾਂ ਪੂਰੀ ਬਕਾਇਦਾ ਇਹਨਾਂ ਦੇ ਫੈਕਟਸ ਵੀ ਕਰਾਂਗੇ ਤਾਂ ਕੁਐਸਚਨ ਵੀ ਕਰਾਂਗੇ, ਠੀਕ ਹੈ। ਚਲੋ, ਇਹ ਥੋੜਾ ਸਟੈਪ ਬਾਈ ਸਟੈਪ ਲਰਨਿੰਗ ਹੈਗੀ, ਇਹਦੇ ਵਿੱਚ ਤੁਹਾਨੂੰ ਈਜ਼ੀ ਤਰੀਕੇ ਨਾਲ ਜਿਹੜੀ ਰਿਵਰ ਸਿਸਟਮ ਹੈ ਉਹ ਯਾਦ ਹੋ ਜਾਏਗਾ। ਉਸ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਸਾਡਾ ਇੱਕ ਗਰੁੱਪ ਹੈਗਾ ਵਾ, ਠੀਕ ਹੈ, WhatsApp ਗਰੁੱਪ, ਜਿੱਥੇ ਸਾਡੇ ਜਿੰਨੇ ਵੀ ਪੰਜਾਬ ਗਵਰਨਮੈਂਟ ਦੇ ਬੱਚੇ ਹੈਗੇ ਉਹ ਐਡਅਪ ਹੈਗੇ ਆ। ਅੱਜ ਤੋਂ ਅਸੀਂ ਲਾਈਵ ਕਲਾਸਿਸ ਜਿਹੜੀਆਂ ਨੇ ਉਹ ਸਟਾਰਟ ਕਰ ਰਹੇ ਹਾਂ ਅਨਅਕੈਡਮੀ ਦੇ ਉੱਤੇ। ਜੇ ਤਾਂ ਤੁਸੀਂ ਉਹ ਲਾਈਵ ਕਲਾਸਿਸ ਲੈਣਾ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਇਸ ਗਰੁੱਪ ਦੇ ਵਿੱਚ ਐਡ ਹੋ ਸਕਦੇ ਹੋ। ਉਹਦਾ ਲਿੰਕ ਤੁਹਾਨੂੰ ਇਸ ਗਰੁੱਪ ਦੇ ਵਿੱਚ ਹੀ ਮਿਲੇਗਾ ਤੇ ਨਾਲ ਹੀ ਨਾਲ ਉਹਦਾ ਕੋਡ। ਉਹ ਫ੍ਰੀ ਕਲਾਸਿਸ ਹੈਗੀਆਂ ਨੇ, ਠੀਕ ਹੈ, ਰੈਗੂਲਰ ਕਲਾਸਿਸ ਉਹ ਹੋਣਗੀਆਂ ਜਿਹਦੇ ਵਿੱਚ ਮੈਂ ਤੁਹਾਨੂੰ ਜਿਹੜੀ ਹੈ ਗਵਰਨਮੈਂਟ ਐਗਜ਼ਾਮ, ਜਿਹੜੇ ਪੰਜਾਬ ਗਵਰਨਮੈਂਟ ਐਗਜ਼ਾਮਸ ਹੁੰਦੇ ਨੇ ਉਹਦੇ ਲਈ ਬਾਕੀ ਸਬਜੈਕਟਸ ਜਿਹੜੇ ਨੇ ਉਹ ਟੌਟ ਕਰਾਂਗੀ। ਮੈਨੂੰ 5 ਸਾਲ ਦਾ ਲਗਭਗ ਐਕਸਪੀਰੀਅੰਸ ਹੈਗਾ ਵਾ ਤੇ ਇਹਦੇ ਵਿੱਚ ਤੁਸੀਂ ਬਿਲਕੁਲ ਸੇਫ ਹੈਂਡਸ ਦੇ ਵਿੱਚੋਂ, ਬਿਲਕੁਲ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਸਭ ਤੋਂ ਪਹਿਲਾਂ ਤੇ ਅਸੀਂ ਜੇ ਪੰਜਾਬ ਦੇ ਬਾਰੇ ਗੱਲ ਕਰਦੇ ਹਾਂ, ਜਿਹੜੀ ਪੰਜਾਬ ਹੁੰਦੀ ਹੈ, ਠੀਕ ਹੈ, ਇਹਦੀ ਜਿਹੜੀ ਰਿਵਰਸ ਹੁੰਦੀਆਂ ਨੇ ਇਹਨੂੰ ਆਪਾਂ ਦੋ ਤਰੀਕੇ ਨਾਲ ਵੰਡ ਸਕਦੇ ਹਾਂ, ਦੋ ਤਰੀਕੇ ਨਾਲ ਡਿਵਾਈਡ ਕਰਦੇ ਹਾਂ। ਇੱਕ ਨੂੰ ਆਪਾਂ ਕਹਿੰਦੇ ਆ ਪੈਰੀਨੀਅਲ ਰਿਵਰਸ, ਠੀਕ ਹੈ, ਇੱਕ ਨੂੰ ਆਪਾਂ ਕਹਿੰਦੇ ਆ ਸੀਜ਼ਨਲ ਰਿਵਰਸ। ਪੈਰੀਨੀਅਲ ਰਿਵਰਸ ਮਤਲਬ ਕੀ ਹੁੰਦਾ ਹੈ, ਇਹਨਾਂ ਵਿੱਚ ਹਮੇਸ਼ਾ ਪਾਣੀ ਰਹਿੰਦਾ ਹੈਗਾ, ਠੀਕ ਹੈ, ਯਾਨੀ ਕਿ ਆਲਵੇਜ਼ ਫਲੱਡਡ ਵਿਦ ਵਾਟਰ। ਤੇ ਇਹਨਾਂ ਵਿੱਚ ਕਿਹੜੀ ਆ ਗਈ, ਜਿਵੇਂ ਤੁਹਾਡੀ ਆ ਜਾਂਦੀ ਹੈਗੀ ਹੈ ਸਤਲੁਜ, ਬਿਆਸ ਤੇ ਰਾਵੀ। ਜਦੋਂ ਆਪਾਂ ਸੀਜ਼ਨਲ ਰਿਵਰ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਤੁਹਾਡੀ ਆਉਂਦੀ ਹੈ ਘੱਗਰ। ਇਹ ਜਿਹੜੀ ਰਿਵਰ ਹੈ ਇਹਦੇ ਵਿੱਚ ਤੁਸੀਂ ਕਹਿ ਲਓ ਟ੍ਰਿਬਿਊਟਰੀ ਇੱਕ ਤਰੀ ਦੀ, ਤੇ ਇਹਦੇ ਵਿੱਚ ਤੁਹਾਡੀ ਜਿਹੜੀ ਹੈ ਪਾਣੀ ਜਿਹੜਾ ਹੈ ਉਹ ਸੀਜ਼ਨਲ ਰਹਿੰਦਾ। ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਜਿੰਨੀ ਵੀ ਤੁਸੀਂ ਕਹਿ ਲਓ ਜਿਹੜੀ ਤੁਹਾਡੀ ਪੈਰੀਨੀਅਲ ਰਿਵਰਸ ਹੈਗੇ ਇਹਨਾਂ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਰਿਵਰ ਲੈਣੀ ਹੈ ਝੇਲਮ ਰਿਵਰ, ਅ ਵੈਰੀ ਇੰਪੋਰਟੈਂਟ ਰਿਵਰ ਗਾइस। ਇਹਦੀ ਇੰਟਰੋਡਕਸ਼ਨ ਪੜ੍ਹਦੇ ਹਾਂ ਕਿ ਝੇਲਮ ਰਿਵਰ ਜਿਹੜੀ ਹੈ ਇਹਦੇ ਬਾਰੇ ਤੁਸੀਂ ਕੀ ਜਿਹੜੀ ਚੀਜ਼ਾਂ ਨੇ ਉਹ ਯਾਦ ਰੱਖਣੀਆਂ ਨੇ। ਦੇਖੋ, ਸਭ ਤੋਂ ਪਹਿਲਾਂ ਤਾਂ ਝੇਲਮ ਰਿਵਰ ਦਾ ਜਿਹੜਾ ਸੋਰਸ ਹੈ ਇਹ ਵੀ ਮੈਂ ਤੁਹਾਨੂੰ ਦੱਸਿਆ ਸੀਗਾ। ਇਹਦਾ ਜਿਹੜਾ ਸੋਰਸ ਪੈਂਦਾ ਹੈ ਕਿੱਥੇ ਪੈਂਦਾ, ਵੈਰਨਾਗ ਤੇ, ਠੀਕ ਹੈ। ਹੁਣ ਇਹ ਜਿਹੜੀ ਪਲੇਸ ਹੈ ਇਹ ਹੈ ਕਿੱਥੇ, ਇਹ ਤੁਹਾਡੀ ਹੈਗੀ ਸਾਊਥ ਈਸਟਰਨ ਪਾਰਟ ਆਫ ਕਸ਼ਮੀਰ ਵੈਲੀ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਜਿੱਥੇ ਤੁਹਾਡੀ ਕਹਿ ਲਓ ਫਲੋ ਕਰਦੀ ਹੈਗੀ ਹੈ, ਠੀਕ ਹੈ, ਉੱਥੇ ਇੱਕ ਬਹੁਤ ਹੀ ਇੰਪੋਰਟੈਂਟ ਲੇਕ ਵੀ ਆਉਂਦਾ ਹੈ। ਉਸ ਲੇਕ ਨੂੰ ਕਹਿੰਦੇ ਆਪਾਂ ਵੁੱਲਰ ਲੇਕ। ਇਹ ਜਦੋਂ ਨਾਰਥ ਦੀ ਵਕਤ ਜਾਂਦੀ ਹੈ ਨਾ ਤਾਂ ਉੱਥੇ ਵੁੱਲਰ ਲੇਕ ਤੋਂ ਹੋ ਕੇ ਇਹ ਨਿਕਲਦੀ ਹੈਗੀ ਹੈ, ਕਿਉਂਕਿ ਆ ਜਿਹੜਾ ਵੁੱਲਰ ਲੇਕ ਹੈਗਾ ਇਹ ਵੀ ਤੁਹਾਡਾ ਜੰਮੂ ਕਸ਼ਮੀਰ ਦੇ ਵਿੱਚ ਹੀ ਹੈਗਾ ਵਾ। ਤੇ ਇਹ ਕਿੱਥੇ ਹੈਗਾ, ਤੁਹਾਡਾ ਨਾਰਥ ਵੈਸਟਰਨ ਪਾਰਟ ਦੇ ਵਿੱਚ, ਨਾਰਥਨ ਵੈਸਟਰਨ ਪਾਰਟ ਦੇ ਵਿੱਚ। ਜਿਨ੍ਹਾਂ ਨੂੰ ਨਹੀਂ ਪਤਾ ਹੈ ਨਾਰਥ ਵੈਸਟਰਨ ਪਾਰਟ ਸਾਊਥ ਈਸਟਰਨ ਪਾਰਟ ਕੀ ਹੁੰਦੇ, ਬੱਚਾ ਅਗਰ ਐਵੇਂ ਦੇਖੋਗੇ ਜਿਵੇਂ ਜੰਮੂ ਕਸ਼ਮੀਰ ਦਾ ਮੈਪ ਹੈ, ਇਹ ਨਾਰਥ ਹੁੰਦਾ, ਇਹ ਸਾਊਥ ਹੁੰਦਾ, ਇਹ ਈਸਟ ਹੁੰਦਾ, ਇਹ ਵੈਸਟ ਹੁੰਦਾ। ਤੇ ਝੇਲਮ ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਇਹਦਾ ਜਿਹੜਾ ਪਾਰਟ ਹੈਗਾ ਜੰਮੂ ਕਸ਼ਮੀਰ ਦੇ ਉਹ ਇਸ ਵਾਲੀ ਸਾਈਡ ਹੈ, ਸਾਊਥ ਵੈਸਟਰਨ ਪਾਰਟ ਦੀ ਸਾਈਡ। ਤੇ ਜਦੋਂ ਇਹ ਨਾਰਥ ਯਾਨੀ ਕਿ ਨਾਰਥ ਵੈਸਟਰਨ ਪਾਰਟ ਦੇ ਤੇ ਫਲੋ ਕਰਦੀ ਹੈ ਤੁਹਾਡੀ ਵੁੱਲਰ ਲੇਕ, ਇੱਥੇ ਤੁਹਾਡਾ ਵੁੱਲਰ ਲੇਕ ਆ ਜਾਂਦਾ। ਐਦਾਂ ਤੁਹਾਡਾ ਕਹਿ ਰਿਹਾ ਹੈਗਾ, ਠੀਕ ਹੈ। ਕੋਈ ਟੈਕਨੀਕਲ ਲੈਂਗੁਏਜ ਨਹੀਂ ਹੈਗੀ, ਇਹ ਤੁਸੀਂ ਇੰਨੀ ਯਾਦ ਰੱਖਣੀ ਹੈ। ਹੁਣ ਕਹਿੰਦੇ ਜਦੋਂ ਇਹ ਵੁੱਲਰ ਲੇਕ ਦੇ ਕੋਲ ਹੋ ਕੇ ਤੁਹਾਡੀ ਜਾਂਦੀ ਹੈਗੀ ਹੈ ਤੇ ਇਹ ਆਪਣੀ ਜਿਹੜੀ ਡਾਇਰੈਕਸ਼ਨ ਹੁੰਦੀ ਹੈ ਉਹ ਚੇਂਜ ਕਰ ਲੈਂਦੀ ਹੈ ਸਾਊਥਵਰਡਸ ਦੀ ਤਰਫ। ਸਾਊਥਵਰਡਸ ਦੀ ਤਰਫ ਇਹ ਡਾਇਰੈਕਸ਼ਨ ਚੇਂਜ ਕਰੂਗੀ। ਫਿਰ ਇਹ ਕਿੱਥੇ ਕਰਦੀ ਹੈਗੀ ਹੈ, ਇਹ ਤੁਹਾਡੀ ਇੱਕ ਹਿਲਸ ਦੇ ਕੋਲ ਐਂਟਰ ਕਰਦੀ ਹੈ। ਉਸ ਹਿਲਸ ਦਾ ਇੱਕ ਤੁਸੀਂ ਕਹਿ ਸਕਦੇ ਹੋ ਐਟ ਬਰਮੂਲਾ ਜਿਹੜੀ ਰਿਵਰਸ ਹੈਗੀਆਂ ਨੇ ਉਹ ਤੁਹਾਡੀ ਰਿਵਰ ਜਿਹੜੀ ਹੈ ਹਿਲਸ ਦੇ ਵਿੱਚ ਐਂਟਰ ਕਰ ਜਾਂਦੀ ਹੈ। ਇੰਨੀ ਗੱਲ ਸਮਝ ਆਈ, ਠੀਕ ਹੈ।
ਹੁਣ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਇੱਕ ਰੇਂਜਸ ਹੁੰਦੀਆਂ ਨੇ ਜੋ ਕਿ ਬਰਮੁਲਾ ਦੇ ਬਹੁਤ ਕਹਿ ਲਓ ਬਿਲੋ ਹੁੰਦੀਆਂ ਨੇ, ਉਹਨਾਂ ਨੂੰ ਆਪਾਂ ਕਹਿੰਦੇ ਆ ਪੀਰ ਪੰਜਲ ਰੇਂਜਸ। ਇਹ ਜੋਗ੍ਰਾਫੀ ਦੇ ਵਿੱਚ ਆਉਂਦੀਆਂ ਨੇ, ਠੀਕ ਹੈ, ਬਹੁਤ ਹੀ ਇੰਪੋਰਟੈਂਟ ਰੇਂਜਸ ਹੁੰਦੀਆਂ ਨੇ, ਬੜੇ ਸਾਰੇ ਐਗਜ਼ਾਮ ਇਹਦੇ ਬਾਰੇ ਪੁੱਛਦੇ ਨੇ। ਉੱਥੇ ਇਹ ਛੋਟਾ ਜਿਹਾ ਮੋੜ ਕੱਟਦੀ ਹੈਗੀ ਹੈ ਤੇ ਇਹਨੂੰ ਆਪਾਂ ਕਹਿ ਦਿੰਦੇ ਆ ਕਿ ਇਹ ਸਟੀਪ ਸਾਈਡਡ ਨੈਰੋ ਜॉर्ज ਕੱਟਦੀ ਹੈ, ਮਤਲਬ ਇੱਕ ਮੋੜ ਕੱਟਦੀ ਹੈ, ਠੀਕ ਹੈ। ਹੁਣ ਹੁੰਦਾ ਕੀ ਹੈਗਾ ਵਾ, ਉਸ ਤੋਂ ਬਾਅਦ ਇੱਕ ਹੋਰ ਤੁਹਾਡਾ ਇੱਕ ਮੋੜ ਆਂਦਾ ਹੈ, ਉਹ ਕਿੱਥੇ ਆਂਦਾ ਹੈ ਤੁਹਾਡਾ ਮੁਸਾਫਰਾਬਾਦ ਦੇ ਵਿੱਚ, ਜਿੱਥੇ ਇਹ ਹਲਕਾ ਜਿਹਾ ਬੈਂਡ ਲੈਂਦੀ ਹੈ। ਇਦਾਂ ਕਰਦੇ ਕਰਦੇ ਇਹ ਕੀ ਕਰਦੀ ਹੈ, ਤੁਹਾਡਾ ਕਹਿ ਲਓ ਕਿ ਇੱਕ ਤਰੀਕੇ ਨਾਲ ਇੰਡੀਆ ਤੇ ਪਾਕਿਸਤਾਨ ਦੀ ਬਾਉਂਡਰੀ ਵੀ ਬਣਾਉਂਦੀ ਹੈ। ਉਹ ਬਾਉਂਡਰੀ ਇਹਦੀ ਹੁੰਦੀ ਹੈ 170 ਕਿਲੋਮੀਟਰ ਦੀ, ਠੀਕ ਹੈ। ਇਹ ਕੁਐਸਚਨ ਪੁੱਛਿਆ ਜਾਏਗਾ ਕਿ ਕਿਹੜੀ ਬਾਉਂਡਰੀ ਜਿਹੜੀ ਹੈ ਇਹ ਬਣਾਉਂਦੀ ਹੈਗੀ ਹੈ। ਦੈਨ ਫਰਦਰ ਅਗਰ ਅਸੀਂ ਗੱਲ ਕਰਦੇ ਹਾਂ, ਇਹ ਤੁਹਾਡੀ ਚੇਨਾਬ ਨੂੰ ਜਿਹੜੀ ਹੈ ਜੁਆਇਨ ਕਰ ਲੈਂਦੀ ਹੈ, ਚੇਨਾਬ ਰਿਵਰ ਨੂੰ। ਪੁੱਛਿਆ ਜਾਏਗਾ ਕਿੱਥੇ, ਐਟ ਤ੍ਰਿਮੂ ਤੇ, ਠੀਕ ਹੈ। ਤਾਂ ਫਿਰ ਉਸ ਤੋਂ ਬਾਅਦ ਇਹ ਜਿਹੜੀ ਰਿਵਰ ਹੁੰਦੀ ਹੈ ਨੈਵੀਗੇਟ ਕਰਦੀ ਹੈ 162 ਕਿਲੋਮੀਟਰ ਫਰਦਰ, ਤੇ ਤਾਂ ਹੀ ਇਹਦੀ ਜਿਹੜੀ ਟੋਟਲ ਲੈਂਥ ਜਿਹੜੀ ਹੈ ਬਣਦੀ ਹੈ ਉਹ ਕਿੰਨੀ ਹੈ 724 ਕਿਲੋਮੀਟਰ। ਆ ਇਹਦੀ ਪੂਰੀ ਜਰਨੀ ਹੁੰਦੀ ਹੈ ਜਿਹੜੀ ਰਿਵਰਸ ਦੀ। ਹੁਣ ਤੁਸੀਂ ਸੋਚ ਰਹੇ ਹੋਣਗੇ ਮੈਡਮ ਇਹਦੇ ਵਿੱਚ ਯਾਦ ਕੀ ਰੱਖਣਾ ਵਾ, ਛੱਡਣਾ ਕੀ ਹੈ। ਇਹ ਤਾਂ ਮੈਂ ਤੁਹਾਨੂੰ ਦੱਸਿਆ ਵਾ ਕਿ ਕਿਸ ਤਰੀਕੇ ਨਾਲ ਰਿਵਰ ਜਿਹੜੀ ਹੈ ਆਪਣਾ ਜਿਹੜੀ ਕਹਿ ਲਓ ਚੱਲਦੀ ਹੈਗੀ ਹੈ, ਹੈ ਨਾ। ਹੁਣੇ ਤੁਸੀਂ ਬਸ ਇਹਨੂੰ ਸਮਝਣਾ ਵਾ, ਯਾਦ ਕੀ ਕਰਨਾ ਹੈ, ਕੁਐਸਚਨ ਕਿੱਦਾਂ ਆਉਗੇ, ਫੈਕਟਸ ਕਿਹੜੇ ਯਾਦ ਰੱਖਣੇ ਉਹ ਮੈਂ ਕੁਐਸਚਨਸ ਦੇ ਥਰੂ ਕਰਾਵਾਂਗੀ। ਹਜੇ ਮੈਂ ਰਿਵਰ ਸਮਝਾ ਰਹੀ ਹਾਂ ਕਿ ਰਿਵਰ ਕਰਦੀ ਕੀ। ਦੇਖੋ ਪਹਿਲਾ ਪੁਆਇੰਟ ਆਪਾਂ ਕੀ ਪੜਿਆ, ਪਹਿਲਾ ਪੁਆਇੰਟ ਆਪਾਂ ਇਹ ਪੜਿਆ ਕਿ ਜਿਹੜੀ ਝੇਲਮ ਰਿਵਰ ਹੈ ਇਹਦਾ ਸੋਰਸ ਕੀ ਹੁੰਦਾ, ਵੇਰੀਨਾਗ ਸਾਊਥ ਈਸਟਰਨ ਪਾਰਟ ਆਫ ਦਾ ਕਸ਼ਮੀਰ ਵੈਲੀ। ਫਿਰ ਇਹ ਨਾਰਥਵਰਡ ਜਾਂਦੀ ਹੈ ਬੁੱਲਾ ਲੇਕ ਦੇ ਕੋਲ, ਫਿਰ ਉਸ ਤੋਂ ਬਾਅਦ ਇਹ ਬਰਮੂਲਾ ਦੇ ਕੋਲ ਜਾਂਦੀ ਹੈ, ਹਿਲਸ 'ਚ ਐਂਟਰ ਕਰ ਜਾਂਦੀ ਹੈ। ਦੈਨ ਫਰਦਰ ਬਰਮੂਲਾ ਦੇ ਨੀਚੇ ਇੱਕਦਮ ਪੀਰ ਪੰਜਲ ਰੇਂਜ ਹੁੰਦੀ ਹੈ ਤੇ ਸਾਈਡ ਸਟੈਪ ਇੱਕ ਤਰੀਕੇ ਦਾ ਮੋੜ ਲੈਂਦੀ ਹੈ। ਫਿਰ ਦੁਬਾਰਾ ਤੋਂ ਮੋੜ ਲੈਂਦੀ ਮੁਜ਼ਾਫਰਾਬਾਦ 'ਚ ਤੇ ਇੰਡੀਆ ਐਂਡ ਪਾਕਿਸਤਾਨ ਦੇ ਵਿੱਚ ਇਹ ਬਾਉਂਡਰੀ ਬਣਾਉਂਦੀ ਹੈ ਕਿੰਨੀ 170 ਕਿਲੋਮੀਟਰ। ਤੇ ਚਨਾਬ ਨੂੰ ਐਂਟਰ ਕਰਦੀ ਹੈ ਤ੍ਰਿਮੂ, ਫਿਰ ਉਸ ਤੋਂ ਬਾਅਦ ਇਹ ਡਰੇਨ ਕਰ ਜਾਂਦੀ ਹੈ ਤੇ ਇਹਦੀ ਟੋਟਲ ਲੈਂਥ ਹੁੰਦੀ ਹੈ 724 ਕਿਲੋਮੀਟਰ। ਬਸ ਇੰਨਾ ਤੁਸੀਂ ਯਾਦ ਰੱਖਣਾ, ਕੋਈ ਔਖਾ ਨਹੀਂ ਹੈਗਾ। ਅੱਗੇ ਗੱਲ ਕਰਦੇ ਹਾਂ, ਅੱਗੇ ਸਾਡੀ ਇੱਕ ਦੂਜੀ ਰਿਵਰ ਆਉਂਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਚਨਾਬ ਰਿਵਰ। ਹਰੇ ਬਹੁਤ ਕੁਝ ਪਿਆ ਹੈ ਜੀ ਰਿਵਰਸ ਦੇ ਵਿੱਚ, ਬੜਾ ਕੁਝ ਪੁੱਛਿਆ ਜਾਂਦਾ, ਉਹਨਾਂ ਦੇ ਡੈਮਸ ਹੋ ਗਏ, ਠੀਕ ਹੈ, ਉਹਨਾਂ ਦੀ ਬਿਲਕੁਲ ਪੋਜੀਸ਼ਨਸ ਪੁੱਛ ਲਈ ਜਾਂਦੀਆਂ ਨੇ, ਬਹੁਤ ਚੀਜ਼ਾਂ ਪੁੱਛਿਆ ਜਾਂਦੀਆਂ ਨੇ। ਤੇ ਨਾ ਇੱਕ ਸਾਥ ਜੇ ਕਰੋਗੇ ਯਾਦ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ, ਤਾਂ ਮੈਂ ਹਜੇ ਸਾਰੀ ਚੀਜ਼ਾਂ ਇਕੱਠੇ ਨਹੀਂ ਕਰਵਾ ਰਹੀ, ਧੀਰੇ ਧੀਰੇ ਸਟੈਪ ਬਾਈ ਸਟੈਪ ਕਰਾਂਗੇ। ਹੁਣ ਸਭ ਤੋਂ ਪਹਿਲਾਂ ਚਨਾਬ ਰਿਵਰ ਦੇ ਬਾਰੇ ਗੱਲ ਕਰਦੇ ਹਾਂ। ਚਨਾਬ ਰਿਵਰ ਜਿਹੜਾ ਓਰੀਜਿਨੇਟ ਕਰਦੀ ਹੈ, ਕਿੱਥੋਂ ਕਰਦੀ ਹੈ, ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਸੀਗਾ, ਇਹ ਤੁਹਾਡਾ 12 ਲੱਛਾ ਪਾਸ ਹੁੰਦਾ। ਮੈਂ ਤੁਹਾਨੂੰ ਪਾਸ ਦੇ ਬਾਰੇ ਦੱਸਿਆ ਸੀ, ਦੋ ਪਹਾੜਾਂ ਦੇ ਵਿੱਚ ਜਿਹੜੀ ਤੁਹਾਡੀ ਜਗ੍ਹਾ ਹੁੰਦੀ ਇਹਨੂੰ ਪਾਸ ਕਹਿ ਦਿੱਤਾ ਜਾਂਦਾ, ਠੀਕ ਹੈ। ਹੁਣ ਇਹ ਜਿਹੜਾ ਪਾਸ ਹੈ ਕਿੱਥੇ, ਇਹ ਤੁਹਾਨੂੰ ਯਾਦ ਰੱਖਣਾ ਹੈ, ਇਨ ਦਾ ਲਾਹੌਲ ਸਪੀਤੀ ਪਾਰਟ, ਜਿੱਥੇ ਤੁਹਾਡਾ ਜ਼ਸਕਰ ਰੇਂਜ ਹੈਗੀ। ਜ਼ਸਕਰ ਰੇਂਜ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਹੈਗੀ ਆ, ਕਿੱਥੇ ਹੈਗੀ, ਲਦਾਖ ਦੇ ਵਿੱਚ ਹੈਗੀ ਹੈ, ਇੰਦਸ ਰਿਵਰ ਉੱਥੇ ਜੁਆਇਨ ਕਰਦੀ ਹੈ, ਇੰਨਾ ਯਾਦ ਰੱਖ ਲੈਣਾ, ਠੀਕ ਹੈ। ਹੁਣ ਤੁਸੀਂ ਅਗਰ ਅਸੀਂ ਗੱਲ ਕਰਦੇ ਹਾਂ ਇਹਦੇ ਬਾਰੇ, ਦੋ ਤਰੀਕੇ ਦੀ ਇਹਦੇ ਵਿੱਚ ਤੁਸੀਂ ਯਾਦ ਰੱਖਣੀਆਂ ਨੇ ਕਿ ਇਹ ਨਾ ਇੱਕ ਸਟਰੀਮ ਨੂੰ ਜੁਆਇਨ ਕਰਦੀ ਹੈ ਜਿਹੜੀ ਤੁਹਾਡੀ ਨਾਮ ਹੁੰਦੀ ਹੈ ਚੰਦਰਾ ਭੱਗਾ, ਠੀਕ ਹੈ। ਇਹ ਫਲੋ ਕਰ ਰਹੀ ਹੁੰਦੀ ਹੈ ਨਾਰਥ ਵੈਸਟ ਡਾਇਰੈਕਸ਼ਨ ਦੇ ਵਿੱਚ, ਤੇ ਇਹਨੂੰ ਜੁਆਇਨ ਕਰਦੀ ਹੈ ਕਿੱਥੇ, ਪੰਗੀ ਵੈਲੀ ਦੇ ਵਿੱਚ। ਬਸ ਇੰਨੀ ਗੱਲ ਹਲਕੀ ਜਿਹੀ ਯਾਦ ਰੱਖ ਲੈਣਾ, ਜੋ ਕਿ ਪੀਰ ਪੰਜਰ ਰੇਂਜ ਦੇ ਵਿੱਚ ਕੋਲ ਹੀ ਹੁੰਦਾ। ਉਸ ਤੋਂ ਬਾਅਦ ਕੀ ਹੁੰਦਾ ਹੈ, ਇੱਕ ਕੁਐਸਚਨ ਪੁੱਛਿਆ ਜਾਂਦਾ ਹੈ, ਚਨਾਬ ਰਿਵਰ ਜਿਹੜੀ ਹੈਗੀ ਹੈ ਇਹ ਜੰਮੂ ਕਸ਼ਮੀਰ ਵਾਲੀ ਸਾਈਡ ਕਿੱਥੇ ਐਂਟਰ ਕਰਦੀ, ਕਿਹੜੇ ਪਲੇਨ ਏਰੀਆ ਦੇ ਐਂਟਰ ਕਰਦੀ ਹੈ। ਤੁਹਾਨੂੰ ਇਹ ਕੁਐਸਚਨ ਯਾਦ ਰੱਖਣਾ, ਅਖਨੂਰ ਦੇ ਵਿੱਚ। ਉਸ ਤੋਂ ਬਾਅਦ ਇਹ ਸਤਲੁਜ ਨੂੰ ਜੁਆਇਨ ਕਰਦੀ ਹੈ, ਸਤਲੁਜ ਜਿਹੜੀ ਹੈ ਜੁਆਇਨ ਕਰਦੀ ਹੈ ਆਫਟਰ ਰਿਸੀਵਿੰਗ ਜਿਹੜਾ ਪਾਣੀ ਹੈਗਾ, ਝੇਲਮ ਦਾ ਪਾਣੀ ਵੀ ਉਹਦੇ ਵਿੱਚ ਐਂਟਰ ਹੋ ਜਾਂਦਾ ਹੈ ਤੇ ਤੁਹਾਡਾ ਰਾਵੀ ਰਿਵਰ ਦਾ ਪਾਣੀ ਵੀ ਐਂਟਰ ਹੋ ਜਾਂਦਾ, ਤਦ ਜਾ ਕੇ ਇਹ ਤੁਹਾਡੀ ਸਤਲੁਜ ਨੂੰ ਐਂਟਰ ਕਰਦੀ ਹੈ। ਮਤਲਬ ਸਤਲੁਜ ਦੇ ਅੰਦਰ ਸਤਲੁਜ ਇਹਨੂੰ ਜੁਆਇਨ ਕਰ ਲੈਂਦੀ ਹੈ। ਹੁਣ ਸਤਲੁਜ ਇਹਨੂੰ ਕਿੱਥੇ ਜੁਆਇਨ ਕਰਦੀ, ਕਿੱਦਾਂ ਹੁੰਦਾ, ਉਹ ਆਪਾਂ ਸਤਲੁਜ ਦੇ ਬਾਰੇ ਜਦ ਗੱਲ ਕਰਾਂਗੇ ਉਹਦੇ ਵਿੱਚ ਗੱਲ ਕਰਾਂਗੇ ਨਾ, ਤਾਂ ਕਿ ਤੁਹਾਨੂੰ ਬਿਲਕੁਲ ਯਾਦ ਰਵੇ ਵੀ ਸਤਲੁਜ ਦੇ ਕੋਲ ਇਹ ਕਿੱਥੇ ਤੁਹਾਡੀ ਜੁਆਇਨ ਕਰਦੀ ਹੈ, ਠੀਕ ਹੈ।
ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਇਹਦੇ ਬਾਰੇ, ਠੀਕ ਹੈ, ਜਿਹੜਾ ਰਾਵੀ ਰਿਵਰ ਹੈਗਾ, ਜਿਵੇਂ झेलम ਤੇ ਰਾਵੀ ਰਿਵਰ ਐਂਟਰ ਕਰਦੀ ਹੈ, ਰਾਵੀ ਰਿਵਰ ਦਾ ਜਿਹੜਾ ਸੋਰਸ ਹੈਗਾ ਉਹ ਹੈਗਾ ਕੁੱਲੂ ਹਿਲਸ, ਠੀਕ ਹੈ। ਉਹਦਾ ਜਿਹੜਾ ਕਹਿ ਲਓ ਜਿੱਥੇ ਇੱਕ ਪਾਸ ਹੈਗਾ ਜਿਹਦਾ ਨਾਮ ਹੈ ਰੋਹਤਾਂਗ ਪਾਸ। ਕੀ ਨਾਮ ਹੈ? ਰੋਹਤਾਂਗ ਪਾਸ। ਇਹ ਕੁਐਸਚਨ ਆਂਦਾ ਹੈ ਕਿ ਰੋਹਤਾਂਗ ਪਾਸ ਕਿੱਥੇ, ਤੁਹਾਨੂੰ ਯਾਦ ਰੱਖਣਾ ਹੈ ਹਿਮਾਚਲ ਪ੍ਰਦੇਸ਼। ਤੇ ਉਸ ਤੋਂ ਬਾਅਦ ਇਹ ਜਿਹੜੀ ਕਹਿ ਲਓ ਕਿ ਜਿਹੜੀ ਤੁਹਾਡੀ ਰਾਵੀ ਰਿਵਰ ਹੈਗੀ ਹੈ ਰੋਹਤਾਂਗ ਪਾਸ ਦੇ ਵਿੱਚ ਕੀ ਕਹਿੰਦੇ ਸੋਰਸ ਹੈਗਾ। ਤੇ ਉਸ ਤੋਂ ਬਾਅਦ ਇਹ ਜਿਹੜੀ ਰਾਵੀ ਰਿਵਰ ਹੈ ਇਹ ਤੁਹਾਡੀ ਪੀਰ ਪੰਜਲ ਰੇਂਜ ਦੇ ਵਿੱਚ ਜਾ ਕੇ ਥੋੜੀ ਜਿਹੀ ਡਰੇਨ ਕਰਦੀ ਹੈਗੀ ਹੈ, ਠੀਕ ਹੈ। ਫਿਰ ਉਸ ਤੋਂ ਬਾਅਦ ਇਹ ਅੱਗੇ ਆ ਕੇ ਤੁਹਾਡਾ ਕਹਿੰਦੋ ਪੰਜਾਬ ਦੇ ਵਿੱਚ ਐਂਟਰ ਕਰਦੀ ਹੈਗੀ ਹੈ, ਕਿੱਥੇ? ਮਾਧੋਪੁਰ ਦੇ ਵਿੱਚ। ਤੇ ਤੁਹਾਡੀ ਲੇਟਰ ਐਂਟਰ ਕਰਦੀ ਹੈ ਪਾਕਿਸਤਾਨ ਦੇ ਵਿੱਚ, ਜੋ ਕਿ ਅੰਮ੍ਰਿਤਸਰ ਦੇ ਥੋੜਾ ਜਿਹਾ ਬਿਲੋ ਹੁੰਦੀ ਹੈ। ਫਿਰ ਉਸ ਤੋਂ ਬਾਅਦ ਇਹ ਚੇਨਾਬ ਨੂੰ ਐਂਟਰ ਕਰਦੀ ਹੈ ਲਿਟਲ ਅਬਵ, ਕਿੱਥੇ ਆਪਾਂ ਲਿਖ ਸਕਦੇ ਹਾਂ, ਕਹਿ ਲਓ ਇੱਕ ਤੁਹਾਡਾ ਹੋਗਾ ਰੰਗਪੁਰ ਇਨ ਪਾਕਿਸਤਾਨ। ਹਜੇ ਨਾ ਮੈਂ ਤੁਹਾਨੂੰ ਸਾਰਾ ਦੁਬਾਰਾ ਕਰਾਉਣ ਵਾਲੀ ਜਿਹੜੀ 2 ਰਿਵਰਸ ਮੈਂ ਤੁਹਾਨੂੰ ਕਰਵਾਈਆਂ। ਮੈਂ ਤੁਹਾਨੂੰ ਕੀ ਕਿਹਾ, ਸਿੰਪਲ ਜੀ ਗੱਲ ਮੈਂ ਤੁਹਾਨੂੰ ਦੱਸੀ ਕਿ ਸਭ ਤੋਂ ਪਹਿਲਾਂ ਆਪਾਂ ਚਨਾਬ ਰਿਵਰ ਬਾਰੇ ਪੜਿਆ, ਓਰੀਜਿਨੇਟ ਕਰਦੀ ਹੈ ਬਾਰਾ ਲੱਛਾ ਪਾਸ, ਜੋ ਕਿ ਲਾਹੌਲ ਸਪੀਤੀ ਜ਼ਸਕਰ ਰੇਂਜ ਦੇ ਵਿੱਚ ਹੁੰਦਾ ਹੈ, ਠੀਕ ਹੈ। ਦੂਜੀ ਗੱਲ ਅਸੀਂ ਇਹ ਕੀਤੀ ਕਿ ਚੰਦਰਾ ਭੱਗਾ ਇੱਕ ਤਰੀਕੇ ਦੀ ਰਿਵਰ ਸਟਰੀਮ ਹੁੰਦੀ ਹੈਗੀ ਹੈ, ਇਹਨੂੰ ਕਹਿ ਲਓ ਇਹਦੇ ਵਿੱਚ ਇਹ ਐਂਟਰ ਕਰਦੀ ਹੈ, ਕਿੱਥੇ ਕਰਦੀ ਹੈ? ਪੰਗੀ ਵੈਲੀ ਦੇ ਵਿੱਚ, ਜੋ ਕਿ ਪੀਰ ਪੰਜਲ ਰੇਂਜ ਦੇ ਵਿੱਚ ਹੁੰਦੀ ਹੈ। ਤੇ ਜੰਮੂ ਕਸ਼ਮੀਰ ਦੇ ਵਿੱਚ ਐਂਟਰ ਕਿੱਥੇ ਕਰਦੀ ਹੈ? ਅਖਨੂਰ ਦੇ ਵਿੱਚ। ਦੈਨ ਫਰਦਰ ਮੈਂ ਤੁਹਾਨੂੰ ਇਹ ਗੱਲ ਕਹੀ ਕਿ ਜਿਹੜੀ ਸਾਡੀ ਸਤਲੁਜ ਹੁੰਦੀ ਹੈ, ਆਫਟਰ ਰਿਸੀਵਿੰਗ ਰਾਵੀ ਰਿਵਰ ਤੋਂ ਤੇ ਤੁਹਾਡਾ झेलम ਰਿਵਰ ਤੋਂ ਵਾਟਰ, ਇਹ ਚੇਨਾਬ ਦੇ ਕੋਲ ਐਂਟਰ ਕਰ ਜਾਂਦੀ ਹੈ, ਮਤਲਬ ਚੇਨਾਬ ਨੂੰ ਜੁਆਇਨ ਕਰ ਜਾਂਦੀ ਹੈ। ਤੇ ਜਿਹੜੀ ਰਾਵੀ ਰਿਵਰ ਹੁੰਦੀ ਹੈਗੀ ਹੈ, ਠੀਕ ਹੈ, ਰਾਵੀ ਰਿਵਰ ਜਿਹੜੀ ਹੈ ਇਹਦਾ ਜਿਹੜਾ ਤੁਹਾਡਾ ਕਹਿ ਲਓ ਸੋਰਸ ਹੁੰਦਾ ਉਹ ਕਿਹੜਾ ਹੁੰਦਾ? ਰੋਹਤਾਂਗ ਪਾਸ ਹੁੰਦਾ, ਹਿਮਾਚਲ ਪ੍ਰਦੇਸ਼। ਇਹ ਪੀਰ ਪੰਜਲ ਦੇ ਰੇਂਜ ਦੇ ਵਿੱਚ ਡਰੇਨ ਹੁੰਦੀ ਹੈਗੀ ਹੈ ਤੇ ਪੰਜਾਬ ਦੇ ਪਲੇਨ ਦੇ ਵਿੱਚ ਆਂਦੀ ਕਿਤੇ ਮਾਧੋਪੁਰ ਦੇ ਵਿੱਚ। ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਕੀ ਦੱਸਿਆ, ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਿਆ ਲੇਟਰ ਇਹ ਪਾਕਿਸਤਾਨ ਦੇ ਕੋਲ ਐਂਟਰ ਕਰਦੀ ਹੈ, ਜੋ ਕਿ ਤੁਹਾਡਾ ਅੰਮ੍ਰਿਤਸਰ ਦੇ ਥੋੜਾ ਥੱਲੇ ਹੁੰਦਾ, ਓਕੇ। ਦੈਨ ਫਰਦਰ ਇਹ ਚੇਨਾਬ ਨੂੰ ਰੰਗਪੁਰ ਇਨ ਪਾਕਿਸਤਾਨ ਪੰਜਾਬ ਦੇ ਵਿੱਚ ਐਂਟਰ ਕਰਦੀ ਹੈ। ਹੁਣ ਇਹ ਤਾਂ ਆਪਾਂ ਗੱਲ ਕੀਤੀ ਥਿਊਰੀ ਦੀ। ਹੁਣ ਮੈਂ ਤੁਹਾਨੂੰ ਮੈਪ ਦੇ ਅਨੁਸਾਰ ਦਿਖਾਉਂਦੀ ਹਾਂ ਕਿ ਕਿਸ ਤਰੀਕੇ ਨਾਲ ਸਾਰੀ ਚੀਜ਼ਾਂ ਹੁੰਦੀਆਂ ਨੇ। ਹੁਣ ਧਿਆਨ ਨਾਲ ਇਹ ਮੈਪ ਦੇਖੋ, ਮੈਪ ਦੇ ਕੋਲ ਤੁਸੀਂ ਇਹ ਚੀਜ਼ ਦੇਖ ਪਾ ਰਹੇ ਹੋ ਕਿ ਇੱਥੇ ਤੁਹਾਡੀ ਜਿਹੜੀ ਰਿਵਰ ਹੈਗੀ ਹੈ, ਮੈਂ ਦੁਬਾਰਾ ਤੋਂ ਤੁਹਾਨੂੰ ਸਾਰੀ ਚੀਜ਼ ਸਮਝਾ ਰਹੀ ਹਾਂ। ਆਹ ਜਿਹੜੀ ਇੰਦਸ ਰਿਵਰ ਹੈਗੀ ਹੈ, ਠੀਕ ਹੈ, ਇਹ ਤੁਹਾਡੀ ਚੇਨਾਬ ਰਿਵਰ ਹੈ, ਓਕੇ। ਚੇਨਾਬ ਰਿਵਰ ਜਿਹੜੀ ਹੈ ਇਹਦੇ ਵਿੱਚ ਤੁਹਾਡਾ ਰਾਵੀ ਤੇ ਸਤਲੁਜ ਦਾ ਪਾਣੀ ਜਿਹੜਾ ਹੈ, ਯਾਨੀ ਕਿ ਜਿਹੜਾ ਸਤਲੁਜ ਹੈਗਾ ਉਹ ਰਾਵੀ ਦਾ ਪਾਣੀ ਵੀ ਲੈ ਰਹੀ ਹੈਗੀ ਹੈ ਤੇ ਇੱਥੇ झेलम ਦਾ ਵੀ ਪਾਣੀ ਲੈ ਕੇ ਇਹ ਫਿਰ ਤੁਹਾਡਾ ਇੰਦਸ ਰਿਵਰ ਦੇ ਵਿੱਚ ਜਾ ਰਹੀ ਹੈ, ਮਤਲਬ ਚੇਨਾਬ ਦੇ ਵਿੱਚ ਐਂਟਰ ਕਰ ਰਹੀ ਹੈ। ਜਿਵੇਂ ਆਹ ਦੇਖੋ झेलम ਰਾਵੀ ਰਿਵਰ ਦਾ ਪਾਣੀ ਵੀ ਆ ਗਿਆ, झेलम ਦਾ ਵੀ ਆ ਗਿਆ, ਹਨਾ। ਹੁਣ ਤੁਸੀਂ ਇੱਕ ਗੱਲ ਹੋਰ ਨੋਟਿਸ ਕਰੋ, ਜਦੋਂ ਆਪਾਂ ਚੇਨਾਬ ਰਿਵਰ ਬਾਰੇ ਗੱਲ ਕੀਤੀ ਸੀਗੀ, ਚੇਨਾਬ ਰਿਵਰ ਦਾ ਓਰੀਜਿਨੇਸ਼ਨ ਕਿੱਥੇ ਸੀਗਾ? ਮੈਮ ਦੁਬਾਰਾ ਤੋਂ ਦੱਸ ਦਿੰਦੀ ਹਾਂ, ਬਾਰਾ ਲੱਛਾ ਪਾਸ, ਠੀਕ ਹੈ, ਜ਼ਸਕਰ ਰੇਂਜ। ਇੱਥੇ ਤੁਹਾਡੀ ਜ਼ਸਕਰ ਰੇਂਜਿਸ ਪੜਦੀਆਂ ਨੇ ਹੈਗੀਆਂ, ਜਿੱਥੇ ਤੁਸੀਂ ਲਦਾਖ ਦਾ ਤੁਸੀਂ ਕੀਤਾ ਸੀਗਾ ਕਿ ਇੰਦਸ ਰਿਵਰ ਐਂਟਰ ਕਰਦੀ ਹੈ। ਬਿਲਕੁਲ ਮੈਡਮ। ਹੁਣ ਮੈਂ ਰਾਵੀ ਰਿਵਰ ਬਾਰੇ ਗੱਲ ਕੀਤੀ, ਰਾਵੀ ਰਿਵਰ ਦਾ ਜਿਹੜਾ ਤੁਹਾਡਾ ਐਂਟਰੈਂਸ ਹੈ, ਜਿਹੜੀ ਆ ਤੁਹਾਡੀ ਰਾਵੀ ਰਿਵਰ ਹੈਗੀ, ਠੀਕ ਹੈ, ਇਹਦਾ ਓਰੀਜਿਨੇਸ਼ਨ ਕਿੱਥੇ ਹੋਇਆ? ਇਹਦਾ ਓਰੀਜਿਨੇਸ਼ਨ ਤੁਹਾਡਾ ਰੋਹਤਾਂਗ ਪਾਸ, ਇੱਥੇ ਤੁਹਾਡਾ ਹਿਮਾਚਲ ਪ੍ਰਦੇਸ਼ ਪੜਦਾ। ਇਹ ਮੈਪ ਦੇ ਵਿੱਚ ਨਾ ਐਗਜ਼ੈਕਟਲੀ ਚੰਗੇ ਤਰੀਕੇ ਨਾਲ ਨਹੀਂ ਬਣਾਇਆ ਗਿਆ, ਤਾਂ ਤੁਹਾਨੂੰ ਇਹ ਥੋੜਾ ਨੀਚੇ ਲੱਗ ਰਿਹਾ, ਠੀਕ ਹੈ। ਤੇ ਇੰਨੀ ਕੋਈ ਟੈਨਸ਼ਨ ਲੈਣ ਦੀ ਗੱਲ ਨਹੀਂ ਹੈਗੀ ਹੈ। ਉਸ ਤੋਂ ਬਾਅਦ ਜੇ ਤੁਸੀਂ ਇੱਧਰ ਦੇਖੋਗੇ, ਚੇਨਾਬ ਰਿਵਰ ਜਿਹੜੀ ਹੈ ਪੰਜਾਬ ਦੇ ਵਿੱਚ ਵੀ ਐਂਟਰ ਕਰਦੀ, ਮਤਲਬ ਜਿਹੜੀ ਰਾਵੀ ਰਿਵਰ ਹੈਗੀ ਹੈ ਪੰਜਾਬ ਦੇ ਵਿੱਚ ਵੀ ਐਂਟਰ ਕਰਦੀ ਹੈ। ਪੰਜਾਬ ਦੇ ਵਿੱਚ ਐਂਟਰ ਕਿੱਥੇ ਕਰਦੀ ਹੈ? ਤੁਹਾਨੂੰ ਯਾਦ ਰੱਖਣਾ ਹੈ, ਉਹ ਤੁਹਾਡੀ ਮਾਧੋਪੁਰ ਦੇ ਵਿੱਚ, ਠੀਕ ਹੈ। ਫਿਰ ਉਸ ਤੋਂ ਬਾਅਦ ਅਗਰ ਤੁਸੀਂ ਦੇਖੋਗੇ ਰਾਵੀ ਰਿਵਰ ਪਾਕਿਸਤਾਨ ਵਾਲੀ ਸਾਈਡ ਵੀ ਜਾ ਰਹੀ ਹੈ, ਪਾਕਿਸਤਾਨ ਵਾਲੀ ਸਾਈਡ ਜਾ ਕੇ ਇਹ ਚੇਨਾਬ ਨੂੰ ਕਿੱਥੇ ਐਂਟਰ ਕਰਦੀ ਹੈ? ਇੱਥੇ ਕਿੱਥੇ ਕਰਦੀ ਹੈ? ਇੱਥੇ ਤੁਹਾਡਾ ਆਉਂਦਾ ਹੈ ਰੰਗਪੁਰ ਪਾਕਿਸਤਾਨ। ਇਹ ਮੈਂ ਤੁਹਾਨੂੰ ਦੱਸਿਆ, ਹੋਰ ਕੁਝ ਨਹੀਂ ਇਹਦੇ 'ਚ ਦੱਸਿਆ। ਗੱਲ ਸਮਝ ਆ ਗਈ? ਬਹੁਤ ਈਜ਼ੀ। ਹੁਣ ਦੇਖੋ ਬਿਆਸ ਦਾ ਵਿੱਚ ਵੀ ਅਸੀਂ ਕਰ ਲੈਂਦੇ ਹਾਂ। ਜਿਹੜਾ ਤੁਹਾਡਾ ਬਿਆਸ ਹੈਗਾ, ਜਿੱਥੇ ਤੁਹਾਡੀ ਰਾਵੀ ਹੋ ਰਹੀ ਉੱਥੇ ਤੁਹਾਡੀ ਬਿਆਸ ਹੋ ਰਹੀ ਹੈ, ਬਿਆਸ ਦਾ ਵੀ ਜਿਹੜਾ ਓਰੀਜਿਨੇਸ਼ਨ ਹੋਊਗਾ ਉਹ ਤੁਹਾਡਾ ਰੋਹਤਾਂਗ ਪਾਸ ਹੋਏਗਾ। ਇਹ ਤੁਹਾਨੂੰ ਯਾਦ ਰੱਖਣਾ ਹੈ, ਠੀਕ ਹੈ। ਹੁਣ ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ, ਇਹ ਕੀ ਕਰਦੀ ਹੈ? ਸਿੱਧਾ ਤੁਹਾਡੀ ਚਲਦੇ ਸਤਲੁਜ ਦੇ ਵਿੱਚ ਦੇਖੋ ਐਂਟਰ ਕਰਦੀ ਵੀ ਹੈ, ਹਨਾ। ਤੇ ਇਹ ਤੁਹਾਡੀ ਇੱਕ ਨਾ ਸਤਲੁਜ ਦੇ ਵਿੱਚ ਮੀਟ ਕਰਦੀ, ਕਿੱਥੇ ਮੀਟ ਕਰਦੀ ਕੁਐਸਚਨ ਪੁੱਛਿਆ ਜਾਂਦਾ ਹੈ, ਤੁਹਾਨੂੰ ਯਾਦ ਰੱਖਣਾ ਹੈ। ਇਹ ਕਰਦੀ ਹੈ ਹਰੀਕੇ ਇਨ ਪੰਜਾਬ ਦੇ ਕੋਲ, ਠੀਕ ਹੈ। ਹੁਣ ਫਿਰ ਉਸ ਤੋਂ ਬਾਅਦ ਇਹ ਸਤਲੁਜ ਦੇ ਅੱਗੇ ਐਵੇਂ ਵੱਧਦੀ ਜਾਂਦੀ ਹੈਗੀ ਹੈ।
अगर असीं गल करिए सब तो ज़्यादा स्मॉल रिवर हैगी, इहदी लाइन जिहड़ी तुसीं देखोगे 460 किलोमीटर है बस, इन्नी जी गल है। ये तुहाडी हो गई ब्यास रिवर भी हो गई। चलो हुण ब्यास रिवर बारे भी गल कर लैंदे आं। मैनूं लगदा मैप तो हुण तुहानूं चंगे तरीके नाल समझ आ गया होना कि मैं इन्नी सारी चीज़ां की बोलदी पई सीगी। देखो रिवर सिस्टम ईजी हुंदा जे उहनूं चंगे तरीके नाल समझा जाए। हजे बहुत सारे फैक्ट्स आपां करने, हजे बस तुसीं इन्ना ही पढ़ो। जदों आपां ब्यास रिवर की गल करते हैं, ये ओरीजिनेट करदी है कित्थे? रोहतांग पास, जिथे तुहाडी रावी रिवर होंदी हैगी है जी, बिल्कुल। अगर असीं गल करिए क्लोज होंदी है, असीं कह नहीं सकते कि एकदम उत्थे होंदी, बस क्लोज होंदी है। ठीक है, इत्थे आपां लिख सकते, कई बार ये भी पूछ लैंदा, इहनूं लिख लिओ साउथन पार्ट ऑफ द पीर पांजल रेंज। उत्थे इहदा जिहड़ा सोर्स है सानू देखण नूं मिलदा है। उस तो बाद ये तुहाडी कह लो क्रॉस करदी है एक रेंजिस तो, उन्हां रेंजिस दा नाम हुंदा है धौलाधार रेंज, धौलाधार रेंज। ठीक है, दैन ये फरदर सतलुज नूं मीट करदी हैगी है। ये मैं तुहानूं दस्सिया सतलुज नूं कित्थे मीट करदी है? हरिक्के इन पंजाब। इन्नी इहदी जर्नी तुहानूं याद रखनी है। सब तो स्मॉलेस्ट रिवर हैगी है ते 460 किलोमीटर अगर असीं गल करिए इहदी जिहड़ी है तुहाडी लेंथ है। हुण आपां जिहड़ी लास्ट रिवर हैगी है जिहदा नाम हैगा साडा सतलुज, वो करदे हां। सतलुज जिहड़ी है सब तो ज़्यादा तुसीं कह लो एक तरीके नाल वड्डी रिवर हैगी है, वड्डी ट्रिब्यूटरी हैगी है इंडस रिवर सिस्टम दी। इहदा जिहड़ा राइजिस है जिथे तुहाडा इंडस रिवर सिस्टम है उत्थे ही हुंदा है मानसरोवर। ठीक है, लेक। उस तो बाद इनू आपां कहने वेस्टर्न पार्ट ऑफ द तिब्बत, उत्थे इहदा हुंदा है। ठीक है, वेस्टर्न पार्ट ऑफ तिब्बत। हुण ना ये एक कह लो पास हुंदा है जिहदा नाम हुंदा है शिपकीला पास। मैं पासिस भी तुहानूं करवाऊंगी, क्वेश्चन आंदे इन्हां दे उत्ते। शिपकीला पास हुंदा है तिब्बत हिमाचल प्रदेश दे विच, उत्थे ये निकलदी आ, उत्थों भी निकलदी जिथे इंडस रिवर सिस्टम निकलदी ना शिपकीला पास चो, उत्थों सतलुज भी निकलदी हैगी। ठीक है, फिर उस तो बाद ये ना की करदी है पंजाब प्लेन दे विच एंटर करन तो पहला, यानी कि पंजाब दे विच एंटर करन तो पहला ये एक कह लो बड़ी फेमस जॉर्ज कट लैंदी है, जिन्हों कहने हैं मतलब कट लैंदी है नैना देवी धर दे उत्ते, नैना देवी धर, जिथे तुहाडा फेमस कह लो भाखरा डैम है। ताई तां भाखरा डैम नूं पानी देंदी हैगी है। ठीक है, और भाखरा डैम नूं कई बारी याद रखना है भाखड़ा नंगल डैम भी बोलते हैं। ठीक है, ये जिहड़ा डैम हैगा वा ये फॉर्म हुंदा है गोबिंद सागर रिजर्वेयर तो। ठीक है, ते अगर असीं गल करिए ये सतलुज रिवर इस तरीके नाल पानी देंदे हुए अगे वधदी है। दैन ये तुहाडी ब्यास इनू ज्वाइन करदी है। मैं पहले ही कहा ब्यास कित्थे ज्वाइन करदी है? हरिक्के इन पंजाब दे विच। फिर उस तो बाद ये की करदी हैगी है तुहाडी ना एक इंडिया ते पाकिस्तान दी बाउंड्री बनांदी हैगी 120 किलोमीटर दी। इंडिया ते पाकिस्तान दी बाउंड्री बनांदी 120 किलोमीटर दी फिरोजपुर एट फजीके दे विच। फरदर ये तुहाडी डाउनवर्ड जर्नी जिहड़ी है करदी है ते इंडस रिवर नूं ठीक है ज्वाइन करदी है मिठानकोट दे उत्ते, थोड़ा मिठानकोट दे उपर इन्ना। हुण देखो तुसी मैं तुहानूं दोबारा तो मैप दिखानी किद्दां तुहानूं जल्दी जल्दी समझ आंदा है। पहले मैनूं क्लीयर करदा ताकि तुहानूं एग्जैक्टली समझ आए। आपां किहड़ी रिवर कीती? आपां ब्यास कर चुके हां। हुण आपां सतलुज देखदे हां। अच्छा, सतलुज का ओरीजिनेशन होया इत्थों कित्थे होया? मानसरोवर लेक इन वेस्टर्न पार्ट ऑफ द तिब्बत। अगे एंटर करदी 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 गई। ठीक है, हुण इहने इत्थे देखो जॉर्ज कट लिता कि नहीं लिता जी? बिल्कुल लिता मैडम। ये जॉर्ज कट कित्थे लिता तुहाडा? तुसी कह लो एक तरीके नाल जिथे तुहाडे बेसिकली ग्रेटर हिमालयस पैंदे, ये सारे ग्रेटर हिमालयस ही हुंदे आ। दैन फरदर तुसी इदां करोगे इस तरीके नाल इहने स्टीप कट फेर लिता। ये स्टीप कट नैना देवी जर भाखड़ा डैम दे कोल लेगी। दैन फरदर ये इदां करेगी हरिके इत्थे सतलुज ब्यास जिहड़ी इहनूं ज्वाइन करेगी। दैन फरदर आ देखो ये तुहाडी बाउंड्री बना रही है कि नहीं बना रही? इंडिया ते पाकिस्तान दे विच ये किन्नी बनाएगी? 120 किलोमीटर दे विच। ठीक है, फिरोजपुर एट द फजीका इत्थे बनांदी है। उस तो बाद ये सतलुज देखो सीधा जा रही है, जांदी 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 ये तुहाडा पानी जिहड़ा रिसीव करूगी रावी ते झेलम तो, रावी झेलम चेनाब तो। दैन फरदर ये तुसी अगे देखोगे ये इंडस रिवर नूं थोड़ा जिहा फ्यू किलोमीटर अबव मिठानकोट जिहड़ा है वो ज्वाइन कर लेगी। ठीक है जी, ये तुहाडी रिवर सी। हजे मैं रिवर सिस्टम समझाया, मैं दोबारा बोल रही हाँ। अजे तो मैं तुहानूं ये लाइनां समझा रही हाँ, लाइनां दा मतलब की हैगा। हजे बहुत सारे फैक्ट्स पे ने, टेंशन नहीं लैनी। ठीक है, हुण तुहानूं ये समझ आ गया। ये पंजाब दी 5 रिवर सीगियां जिन्हां बारे असी
इंट्रोडक्शन पार्ट किया कि पंजाब दी 5 रिवर्स किद्दां चलदियां ने, किस किस तरीके नाल तुहानूं इन्हां दे बारे पता होना चाहिदा है। हुण कुछ होर गल्लां करदे आं। एक तुसीं होर चीज़ याद रखनी है, इनू आपां कहने आ इंदस वाटर ट्रीटी। तुसीं सोच रहे होने मैडम ये तां साडा पंजाब दे विच इन्ना चीज़ां तो वधिया दित्तियां नहीं गईयां जी, ये मैं तुहानूं पहले ही कहा मैं इहदे विच अपना कंटेंट भी पावांगी। ठीक है, इंदस वाटर ट्रीटी बारे गल करिए। जे इंदस वाटर ट्रीटी बारे गल करदे हां, ठीक है, ये तुहाडी इदां दी ट्रीटी सी जिहदे विच जिहड़ा इंडिया है ते पाकिस्तान है, इहदे विच एक तरीके दा कॉन्ट्रैक्ट हुंदा है कि जिहड़ा तुहाडा इंदस वाटर सिस्टम है ये कौन इस्तेमाल करेगा। ओके, ये तुहानूं पूछा जाएगा कि इंदस वाटर ट्रीटी कदों हुई, ये तुहानूं याद रखना है 19 सितंबर 1960 दे विच। ठीक है, हुण इस ट्रीटी दे अनुसार हुंदा की है कि जिहड़ा 20% जिहड़ा पानी हुंदा है वो सिर्फ इंडिया दे द्वारा इस्तेमाल किया जाता है, बाकी सारा तुहाडा पाकिस्तान। ठीक है, टोटल डिस्चार्ज ऑफ वाटर ओनली इंडिया कैन यूटिलाइज ओनली 20%। गल समझ आ गई। ये बहुत ही इंपॉर्टेंट गल्लां ने जिहड़ियां मैं तुहानूं समझाइयां ने, मैं फिर तुहानूं कहनी पई हां इहनूं तुसीं याद रखना है, इंपॉर्टेंट है। उस तो बाद कई बारी की हुंदा है बच्चा, बड़ी सारी आपां रिवर्स दे जे गल करदे हां उन्हां दे सोर्सिस बारे जरूर पूछा जाता है। तो वैसे तो मेरे अनुसार तुहानूं सारा रिवर सिस्टम करना चाहिए, वो आपां जोग्राफी दे विच करांगे। जदों मैं जोग्राफी करवावांगी पूरा दा पूरा रिवर सिस्टम करवावांगी। सारा रिवर सिस्टम तुहाडे लई इंपॉर्टेंट है, ये सिर्फ 5 रिवर्स नहीं, बट आपां पंजाब जीके करदे पे हां, इसीलिए मैं तुहानूं जिहड़ी है 5 रिवर्स बारे जिहड़ा है वो दसदा कि बई आ 5 रिवर्स ने इस तरीके नाल हुंदियां ने। अगले लैसन दे विच जदों मैं अगला लैसन लैके आवांगी ਉਹਦੇ ਵਿੱਚ बकायदा ਅਸੀਂ थोड़े बहुत फैक्चुअल इन्फॉर्मेशन भी करांगे, डैम्स बारे भी जानांगे, किहड़े डैम्स हैगे ने, किहड़ी चीज़ां हैगियां ने, वो भी तुहानूं करनियां पैणगीਆਂ क्योंकि ये क्वेश्चन इन्ने ज़्यादा पूछे जाते हैं। तो रिवर सिस्टम तो बिल्कुल तुहानूं टिप्स 'ਚ होना चाहिए। ठीक है, आई होप तुहानूं जिहड़ा है वधिया लग्गिया होवे। ते दुआबा बारे भी जानांगे कि किहड़े दुआब हुंदे ने पंजाब दे विच, किहड़े दुआब दे विच किहड़ी रिवर्स पैंदियां ने, वो भी सारियां अगले पर्टिकुलर लैक्चर दे विच करांगे। सो थैंक यू वेरी मच गाइज, हैव अ ग्रेट डे। व्हाट्सएप ग्रुप ज्वाइन कर लेना, बार बार कहने की लोड़ नहीं पैनी चाहिए, पढ़ा रही हाँ तो वधिया तरीके नाल जरूर तुहानूं ज्वाइन करना चाहिए। ओके, थैंक यू वेरी मच गाइज, हैव अ ग्रेट डे।